ਜੇ ਤੁਸੀਂ ਭੁੱਲ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇਦਾਂ ਦੀਆਂ ਘਟਨਾਵਾਂ ਵਾਪਰਨਗੀਆਂ ਤੇ ਤੁਹਾਡੇ ਕੋਲ ਸਵਾਏ ਰੋਣ ਤੋਂ ਕੁਝ ਵੀ ਨਹੀਂ ਬਚੂਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹਦੀ ਅੱਖ ਚੱਕ ਪਾ ਕੇ ਗੱਲ ਪੁੱਛੋ ਜ਼ਰੂਰ ਵੀ ਜਿਹੜੇ ਕਾਤਲ ਅਫਸਰ ਸਨ ਉਹਨਾਂ ਦੀ ਪੁਸ਼ਤ ਪਨਾਹੀ ਕਿਉਂ, ਕਿ ਇਸ ਬਜ਼ੁਰਗ ਦਾ ਜਿਹੜਾ ਆ ਉਹ ਸਿਰ ਪਾੜ ਦਿੱਤਾ ਆ। ਹੁਣ ਤੁਸੀਂ ਇਹ ਦੇਖੋ ਕਿ ਇਹ ਲੱਖ ਦੀ ਲਾਹਨਤ ਹੈ ਕਿ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਵੀਰ ਜਥੇਦਾਰ ਬੂਟਾ ਸਿੰਘ ਕਲਰ ਭੈਣੀ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਆ ਕਿ ਕਿਸਾਨੀ ਸੰਘਰਸ਼ ਦੇ ਵਿੱਚ ਬਰਾਬਰ ਕੁਝ ਘਟਨਾਵਾਂ ਹੋ ਰਹੀਆਂ ਨੇ। ਬੇਸ਼ੱਕ ਤੁਸੀਂ ਸਾਡੇ ਕੋਲ ਕੋਈ ਜਰੀਆ ਹੈ ਹੀ ਨਹੀਂ ਕਿ ਅਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕੀਏ। ਇਹ ਨਾ ਸੋਚੋ ਕਿ ਹਰ ਦੂਜੇ ਦਿਨ ਲਾਈਵ ਹੋ ਜਾਂਦੇ ਨੇ ਜਾਂ ਇਹਨਾਂ ਨੂੰ ਕੋਈ ਸ਼ੋਹਰਤ ਦੇ ਭੁੱਖੇ ਨੇ ਜਾਂ ਕੋਈ ਗੱਲ ਬੰਦਾ ਸੋਚ ਲੈਂਦਾ। ਤੁਹਾਡੇ ਸਾਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੇ ਆ ਅਸੀਂ ਤੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿੰਦੇ ਆ ਕਿ ਸਾਡਾ ਇੱਕੋ ਹੀ ਮਤਲਬ ਆ ਕਿ ਇਹ ਸੰਘਰਸ਼ ਜਿਹੜਾ ਆ ਇਹਨੂੰ ਜਿੱਤ ਕੇ ਵਾਪਸ ਮੁੜਨਾ ਹੈ। ਸੋ 2 ਮਿੰਟ ਹੋਰ ਸਿੰਘ ਜੋੜ ਲੈਣਾ, ਆਪਾਂ ਫਿਰ ਗੱਲ ਸ਼ੁਰੂ ਕਰਨੇ ਆ। ਉਹਨਾਂ ਚਿਰ ਸਾਰਿਆਂ ਦਾ ਜਿਹੜਾ ਹਾਲ ਚਾਲ ਆ ਤੁਸੀਂ ਸਾਰੇ ਠੀਕ ਹੋ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ। ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ ਤੇ ਹੋਰ ਬਹੁਤ ਥਾਵਾਂ ਤੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਘਟਨਾਵਾਂ ਦੇ ਉੱਤੇ ਆਪਾਂ ਗੱਲ ਕਰਨੀ ਆ ਜ਼ਰੂਰ। ਤੇ ਉਹ ਸਾਰੀ ਗੱਲਬਾਤ ਦਾ ਕੇਂਦਰ ਰਹੂਗਾ ਬੀਜੇਪੀ ਗਵਰਨਮੈਂਟ। ਮੈਂ ਚਾਹਾਂਗਾ ਕਿ ਨਾਲ ਨਾਲ ਉਹਨਾਂ ਲੋਕਾਂ ਦੀ ਵੀ ਗੱਲ ਕੀਤੀ ਜਾਵੇ, ਜਿਹੜੇ ਲੋਕ ਲੰਮੇ ਸਮੇਂ ਤੋਂ ਇਸ ਕਾਨੂੰਨ ਦੇ ਪੱਖ 'ਚ ਰਹੇ ਫਿਰ ਬਾਜੀ ਪਲਟ ਗਏ। ਤਾਂ ਇੱਥੇ ਮੈਂ ਮਾਝੇ ਵਾਲੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਅਕਾਲੀ ਗਵਰਨਮੈਂਟ ਨੇ 2 ਤਰ੍ਹਾਂ ਦਾ ਜਿਹੜਾ ਉਹ ਪਾਪ ਕੀਤਾ ਸੀਗਾ। ਉਹ ਪਾਪ ਇਹ ਸੀ ਵੀ ਇੱਕ ਤਾਂ ਉਸ ਸਮੇਂ ਦਖਲਅੰਦਾਜ਼ੀ ਦੇ ਕੇ ਸੌਦੇ ਸਾਧ ਨੂੰ ਮਾਫੀ ਦੇਣੀ। ਦੂਜਾ 2 ਵੱਡੇ ਕਾਂਡ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਕਾਤਲ ਸਨ ਉਹਨਾਂ ਨੂੰ, ਜਿਹੜੀ ਬੇਅਦਬੀ ਦੇ ਦੋਸ਼ੀ ਸਨ ਉਹਨਾਂ ਦੀ ਸਾਰੀ ਪ੍ਰਕਿਰਿਆ ਨੂੰ ਡਿਲੇ ਕਰਨਾ, ਵਾਰ-ਵਾਰ ਜਿਹੜੀ ਸਿੱਖ ਸੀ ਉਹਨਾਂ ਨੂੰ ਉਹਦੀ ਦਖਲਅੰਦਾਜ਼ੀ ਦੇਣੀ ਤੇ ਆਪਣੇ ਚਹੇਤੇ ਜਿਹੜੇ ਉਸ ਸਮੇਂ ਦੇ ਡੀਜੀਪੀ ਸਮੇਤ ਸੈਣੀ, ਉਮਰਾ ਨਗਲ, ਜਿੰਨੇ ਵੀ ਉਹ ਪੁਲਿਸ ਅਧਿਕਾਰੀ ਸਨ ਉਹਨਾਂ ਸਾਰਿਆਂ ਦੀ ਪੁਸ਼ਤ ਪਨਾਹ ਕਰਨੀ। ਕਿਉਂਕਿ ਇਹ ਗੱਲ ਬਾਦਲ ਸਰ ਅੱਜ ਇਹ ਨਾ ਸੋਚਿਓ ਕਿ ਸੰਘਰਸ਼ ਤੋਂ ਪਾਸੇ ਆਪਾਂ, ਸੰਘਰਸ਼ ਤੋਂ ਪਾਸੇ ਨਹੀਂ, ਮੈਂ ਉੱਥੇ ਹੀ ਗੱਲ ਲੈ ਕੇ ਆਵਾਂਗਾ। ਅੱਜ ਬੜੀ ਜ਼ਰੂਰੀ ਹੈ ਤੁਹਾਡੇ ਨਾਲ ਇਹ ਗੱਲ ਕਰਨੀ। ਮੈਨੂੰ ਮਹਿਸੂਸ ਹੋਇਆ ਕਿ ਮੈਂ ਆਪਣੇ ਭੈਣ ਭਰਾਵਾਂ ਨਾਲ ਗੱਲ ਜ਼ਰੂਰ ਕਰਾਂ ਕਿਉਂਕਿ ਗੱਡੀ ਐਕਸੀਡੈਂਟ ਜਿੱਦਾਂ ਤੁਹਾਨੂੰ ਪਤਾ ਹੋਇਆ ਉਹਦੇ ਕਰਕੇ ਥੋੜ੍ਹੇ ਜਿਹਾ ਸਮਾਂ ਲੱਗੂਗਾ ਬਾਹਰ ਨਿਕਲਣ ਨੂੰ ਤੇ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰਨੀ। ਹੁਣ ਇਹ ਨਾ ਸੋਚੋ ਵੀ ਇਹ ਗੱਲ ਪਿੱਛੇ ਚਲੀ ਗਈ ਹੈ, ਪਰ ਇੱਥੇ ਹੀ ਗੱਲ ਆਊਗੀ। ਇਹ ਤੁਸੀਂ ਇਹ ਵੇਖੋ ਕਿ ਇੰਨੀਆਂ ਵੱਡੀਆਂ ਘਟਨਾਵਾਂ ਤੋਂ ਬਾਅਦ ਜਿੱਥੇ ਲੋਕਾਂ ਨੇ ਬਾਦਲਾਂ ਦੇ ਜਥੇਦਾਰਾਂ ਦੀ, ਐਮਐਲਏ ਦੀਆਂ ਗੱਡੀਆਂ ਘੇਰ ਕੇ ਤੇ ਉਹਨਾਂ ਨੂੰ ਪੁੱਛਣਾ ਚਾਹਿਆ, ਗਲ ਤੱਕ ਪਏ, ਘਰਾਂ ਅਗੇ ਲਿਖ ਕੇ ਲਾਤਾ ਕਿ ਸਾਡੇ ਘਰ ਨਾ ਆਉਣ ਇਹ। ਫਿਰ ਅੱਜ ਇੱਕਦਮ ਜਦੋਂ ਰੈਲੀ ਕਰਦੇ ਨੇ ਤਾਂ ਉਹ ਕਿਹੜੇ ਲੋਕ ਨੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਕੇ ਤੇ ਉਹਨਾਂ ਲੋਕਾਂ ਨੇ ਉਹ ਗੱਲ ਨੂੰ ਮਾਫ ਕਰਤਾ ਕਿ ਜਿਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਸਵਾਂਗ ਰਚ ਕੇ ਤੇ ਐਡਾ ਵੱਡਾ ਗੁਨਾਹ ਕੀਤਾ ਤੇ ਉਹਦੇ ਲਈ ਅਸੀਂ 8 ਪਰਿਵਾਰ ਤਾਂ ਸਿੱਧੇ ਉਹਦੇ ਲਈ ਰੁਲ ਗਏ ਤੇ ਹੋਰ ਸੈਂਕੜੇ ਪਰਿਵਾਰ, ਉਹ ਬੰਦੇ ਸ਼ਹੀਦ ਹੋਏ ਉਹਦੇ ਵਿੱਚ। ਉਹ ਇੱਕ ਅਲੱਗ ਗੱਲ ਆ, ਉਹਨਾਂ ਨੇ ਸਾਰੀ ਪੀੜ ਝੱਲੀ। ਤਾਂ ਮੈਂ ਇਹ ਮਾਝੇ ਵਾਲਿਆਂ ਨੂੰ ਮੇਰਾ ਸਵਾਲ ਆ ਕਿ ਜੇ ਆਪਾਂ ਬੇਸ਼ੱਕ ਅਕਾਲੀਆਂ ਨੂੰ ਸਪੋਰਟ ਕਰਨੀ ਆ ਜਾਂ ਜੋ ਤੁਹਾਡਾ ਮਨ ਪਰ ਇਹ ਗੱਲ ਉਹਨਾਂ ਨੂੰ ਪੁੱਛੋ ਤਾਂ ਸਹੀ ਵੀ ਐਡੀ ਵੱਡੀ ਗੱਲ ਹੁੰਦੀ ਆ ਤੁਹਾਡੇ ਰਾਜ ਦੇ ਵਿੱਚ ਤਾਂ ਤੁਸੀਂ ਇਹ ਗੱਲਾਂ ਜੇ ਤੁਸੀਂ ਭੁੱਲ ਗਏ
ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇਦਾਂ ਦੀਆਂ ਘਟਨਾਵਾਂ ਵਾਪਰਨਗੀਆਂ ਤੇ ਤੁਹਾਡੇ ਕੋਲ ਸਵਾਏ ਰੋਣ ਤੋਂ ਕੁਝ ਵੀ ਨਹੀਂ ਬਚੂਗਾ। ਇੱਕ ਵਾਰੀ ਜਦੋਂ ਜਾਂਦੇ ਹੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹਦੀ ਅੱਖ ਚੱਕ ਪਾ ਕੇ ਗੱਲ ਪੁੱਛੋ ਜ਼ਰੂਰ ਵੀ ਜਿਹੜੇ ਕਾਤਲ ਅਫਸਰ ਸਨ ਉਹਨਾਂ ਦੀ ਪੁਸ਼ਤ ਪਨਾਹੀ ਕਿਉਂ। ਤਾਂ ਇਹ ਇੱਕ ਉਹਨਾਂ ਲਈ ਸਵਾਲ ਆ। ਕੈਪਟਨ ਸਰਕਾਰ ਲਈ ਤੁਹਾਡਾ ਇਹ ਸਵਾਲ ਆ ਕਿ ਤੁਸੀਂ 4.5 ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਿਆਂ ਲਈ ਕੀ ਕਦਮ ਪੁੱਟੇ ਸਨ, ਜਦੋਂ ਕਿ ਪਰਨਾਲਾ ਉੱਥੇ ਦਾ ਉੱਥੇ ਆ। ਹੋਰ ਬੜੀਆਂ ਵੱਡੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਨੂੰ ਬਿਠਾ ਕੇ ਸਾਹਮਣੇ ਪੁੱਛਣ ਵਾਲੀਆਂ ਨੇ। ਜਦੋਂ ਵੀ ਇਹ ਰੈਲੀ ਕਰਦੇ ਨੇ ਇਹ ਇਹਨਾਂ ਨੂੰ ਸਵਾਲ ਕਰੋ। ਤੀਜੀ ਧਿਰ ਆ ਗਈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦਾ ਡਬਲ ਸਟੈਂਡਰਡ ਆ। ਜਦੋਂ ਸ਼ੁਰੂ ਹੋਈ ਸੀ ਪਾਰਟੀ ਮੈਂ ਉਦੋਂ ਹੀ ਬਿਆਨ ਦਿੱਤਾ ਸੀ, ਪਹਿਰੇਦਾਰ 'ਚ ਮੇਰਾ ਬਿਆਨ ਲੱਗਾ ਸੀ ਕਿ ਡਬਲ ਸਟੈਂਡਰਡ ਆ। ਦਿੱਲੀ ਦੇ ਲੋਕਾਂ ਨੂੰ ਕਹਿੰਦੇ ਨੇ ਅਸੀਂ ਤੁਹਾਨੂੰ ਪਾਣੀ ਲੈ ਕੇ ਦੇਵਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਨੇ ਪੰਜਾਬ ਪਾਣੀ ਦੀ ਰਾਖੀ ਕਰਾਂਗੇ। ਇਹ ਡਬਲ ਸਟੈਂਡਰਡ ਆ। ਇੱਕ ਵਾਰੀ ਉਹਨਾਂ ਕਾਨੂੰਨਾਂ ਦੀ ਪ੍ਰੋੜਤਾ ਕਰਦੇ ਨੇ ਵਿਦ ਅਕਾਲੀ ਸਾਰਾ ਜਿੰਨਾ ਇਹ ਲਾਣਾ ਆ, ਤੇ ਜਦੋਂ ਲੋਕ ਲਹਿਰ ਬਣ ਗਈ ਤਾਂ ਇਹ ਲੋਕ ਇੱਕਦਮ ਪਾਸਾ ਪਲਟ ਗਏ। ਇਹ ਲੋਕ ਜਦੋਂ ਟਕੈਤ ਸਾਹਿਬ ਵਾਲੀ ਗੱਲ ਹੁੰਦੀ ਆ ਇਹ ਕਿਵੇਂ ਭੱਜੇ ਜਾਂਦੇ ਨੇ ਸੁਣੀ ਜਾਇਓ। ਮਨਜਿੰਦਰ ਸਿੰਘ ਸਿਰਸਾ ਬਾਕੀ ਬੰਦਿਆਂ ਨੂੰ ਰਿਹਾ ਕਰਾਉਂਦਾ, ਉਹਨਾਂ ਦੀ ਜ਼ਮਾਨਤਾਂ ਭਰਾਉਂਦਾ ਜਾਂ ਵਕੀਲ ਕਰਦਾ ਆ, ਉਹਦੇ ਪਿੱਛੇ ਕੀ ਆ ਸੰਗਤ ਦੇ ਸਾਹਮਣੇ ਸਾਰਾ ਕੁਝ ਆਊਗਾ। ਬਾਕੀ ਬੰਦੇ ਰਿਹਾ ਹੁੰਦੇ ਨੇ। ਜੱਗੀ ਬਾਬਾ ਰਿਹਾ ਹੁੰਦਾ ਹੈ ਜਿਹੜਾ ਲਲਕਾਰ ਦਾ ਦਹਾੜ ਮਾਰਦਾ। ਉਸ ਬੰਦੇ ਨੂੰ ਅਕਾਲੀ ਐਕਸੈਪਟ ਕਿਉਂ ਨਹੀਂ ਕਰਦੇ ਹੈਗੇ। ਰਣਜੀਤ ਸਿੰਘ 2 ਦਿਨ ਪਹਿਲਾਂ ਮਜੀਠੀਆ ਕਹਿੰਦਾ ਕਿ ਦੀਪ ਦੀ ਕੋਈ ਮਦਦ ਨਹੀਂ ਕੀਤੀ ਜਾਊਗੀ, ਤਾਂ ਉਸੇ ਲੜੀ ਵਿੱਚ ਰਣਜੀਤ ਜਿਹੜਾ ਨੌਜਵਾਨ ਆ ਉਹਨੂੰ ਮਜੀਠੀਆ ਹੋਣੀ ਆਪਣੇ ਬੁੱਕਲ 'ਚ ਬਿਠਾ ਲੈਂਦੇ ਨੇ। ਇਹ ਗੱਲਾਂ ਜ਼ਰੂਰ ਪੁੱਛਿਓ ਕਿ ਮੈਂ ਤੁਹਾਨੂੰ ਯਾਦ ਕਰਾਉਣ ਡਿਆ, ਇਹ ਗੱਲ ਜ਼ਰੂਰ ਪੁੱਛਿਓ। ਹੁਣ ਆ ਜੀ ਆਪਾਂ ਮੌਜੂਦਾ ਜਿਹੜਾ ਸੰਘਰਸ਼ ਚੱਲ ਰਿਹਾ ਉਹਦੇ ਉੱਤੇ। ਬੀਜੇਪੀ ਗਵਰਨਮੈਂਟ ਦਾ ਜੇ ਮੁਕੰਮਲ ਬਾਈਕਾਟ ਲੋਕਾਂ ਨੇ ਨਾ ਕੀਤਾ ਤੇ ਕੱਲ ਰੋਹਤਕ ਵਾਲੀ ਜਿਹੜੀ ਘਟਨਾ ਆ ਉਹ ਬਹੁਤ ਖਤਰਨਾਕ। ਜਦ ਇੱਕ ਸਟੇਟ ਦੇ ਸੀਐਮ ਨੂੰ ਇਸ ਗੱਲ ਦਾ ਪਤਾ ਆ ਕਿ ਸੰਦ ਦੇ ਵਿੱਚ ਮੇਰਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਲੋਕ ਗੁੱਸੇ 'ਚ ਨੇ। 2 ਦਿਨ ਪਹਿਲਾਂ ਪੰਜਾਬ ਦੇ ਵਿੱਚ ਮਲੋਟ ਦੇ ਵਿੱਚ ਐਡੀ ਵੱਡੀ ਘਟਨਾ ਵਾਪਰੀ ਆ। ਕਿਸੇ ਇੱਕ ਐਮਐਲਏ ਨੂੰ ਜਿਹੜਾ ਜਿੱਤਿਆ ਹੋਇਆ ਐਮਐਲਏ ਹੋਏ ਉਹਦਾ ਇੰਨਾ ਲੋਕਾਂ 'ਚ ਰੋਹ ਲੋਕਾਂ ਦੇ ਵਿੱਚ ਹੋਵੇ ਕਿ ਸਾਡੇ ਬੰਦੇ ਉੱਥੇ ਸ਼ਹੀਦ ਹੋ ਗਏ, ਚੜ੍ਹਦੀ ਉਮਰੇ ਚੜ੍ਹਦੀ ਜਵਾਨੀ ਨਵਰੀਤ ਸਿੰਘ ਦੀ ਸ਼ਹਾਦਤ ਹੁੰਦੀ ਆ। ਤਾਂ ਇੰਨੀਆਂ ਵੱਡੀਆਂ ਗੱਲਾਂ ਹੋਣ ਦੇ ਬਾਵਜੂਦ ਇਹ ਸਰਕਾਰ ਸਾਡੀ ਗੱਲ ਕਿਉਂ ਨਹੀਂ ਸੁਣ ਰਹੀ? ਤੇ ਉਹਦੇ ਨੁਮਾਇੰਦੇ ਖੁੱਲ੍ਹੇਆਮ ਪੰਜਾਬ ਦੇ ਵਿੱਚ ਆਪਣਾ ਪ੍ਰਚਾਰ ਕਿਵੇਂ ਕਰ ਸਕਦੇ ਨੇ? ਲੋਕਾਂ ਦੇ ਵਿਰੋਧ ਕਰਨ ਦਾ ਇਹ ਤਰੀਕਾ ਸੀਗਾ। ਲੋਕਾਂ ਦੀ ਨਿੱਜੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ, ਇਹ ਪਬਲਿਕ ਦਾ ਗੁੱਸਾ ਸੀ। ਸੋ ਇੱਕ ਲੀਡਰ ਨੂੰ ਸ਼ਰੇਆਮ ਸ਼ਰੇ ਬਾਜ਼ਾਰ ਨਰਵਸਤਰ ਕਰ ਦਿੱਤਾ, ਨੰਗਾ ਕਰ ਦਿੱਤਾ। ਬੇਸ਼ੱਕ ਜੇ ਆਪਾਂ ਕੌਮੀ ਪੱਧਰ ਤੇ ਗੱਲ ਕਰੀਏ ਤੇ ਇਹ ਘਟਨਾ ਨਹੀਂ ਹੋਣੀ ਚਾਹੀਦੀ, ਪਰ ਜੇ ਆਪਾਂ ਸਾਰਾ ਬਿਰਤਾਂਤ ਵੇਖੀਏ ਤਾਂ ਇਹ ਘਟਨਾ ਵਾਪਰੀਆਂ ਸੁਭਾਵਿਕ ਨੇ। ਕੱਪੜੇ ਹੀ ਪਾਟੇ ਨੇ, ਸਿਰ ਵੀ ਪਾਟਣਗੇ, ਬਹੁਤ ਕੁਝ ਹੋਊਗਾ, ਬੜਾ ਕੁਝ ਦਾਅ 'ਤੇ ਲੱਗੇਗਾ। ਲੋਕੀ ਜੇਲ੍ਹਾਂ 'ਚ ਜਾਣ ਲਈ ਤਿਆਰ ਨੇ, ਲੋਕੀ ਮਰਨ ਲਈ ਤਿਆਰ ਨੇ, ਪਰ ਇਹ ਸਰਕਾਰ ਨਾਲ 2-2 ਹੱਥ ਕਰਨ ਲਈ ਲੋਕੀ ਬਹੁਤ ਗੁੱਸੇ 'ਚ ਨੇ। ਸੋ ਉਸ ਘਟਨਾ ਤੋਂ ਸਬਕ ਬੀਜੇਪੀ ਨੂੰ ਲੈਣਾ ਚਾਹੀਦਾ ਆ ਕਿ ਤੁਸੀਂ ਕੀ ਫੈਸਲਾ ਲੈਣਾ ਸਾਡੇ ਸੰਘਰਸ਼ ਦਾ। ਅਸੀਂ ਤੁਹਾਡੇ ਅੱਗੇ ਹੁਣ ਗਿੜਗੜਾਉਂਦੇ ਨਹੀਂ, ਅਸੀਂ ਸੰਘਰਸ਼ 'ਚ ਬੈਠੇ ਹਾਂ। ਪਰ ਤੁਸੀਂ ਜਾਣ ਬੁੱਝ ਕੇ ਸਟੇਟਾਂ ਦੇ ਵਿੱਚ ਆਉਂਦੇ ਹੋ, ਉੱਥੇ ਆਪਣਾ ਲਾਮ ਲਸ਼ਕਰ ਲੈ ਕੇ ਆਉਂਦੇ ਹੋ, ਉੱਥੇ ਪੁਲਿਸ ਦੀ ਤਾਕਤ ਦੀ ਵਰਤੋਂ ਕਰਦੇ ਹੋ। ਤੇ ਮੈਂ ਤੁਹਾਨੂੰ ਕੱਲ ਦੀ ਜਿਹੜੀ ਘਟਨਾ ਵਾਪਰੀ ਆ, ਰੂਹ ਕੰਬਾਊ ਘਟਨਾ ਆ। ਨੌਜਵਾਨੋ, ਇਹ ਗੱਲਾਂ ਤੁਹਾਡੇ ਦਿਲ 'ਚ ਉਤਰ ਜਾਣੀਆਂ ਚਾਹੀਦੀਆਂ ਨੇ। ਚਾਹੇ ਜਿਹੜੇ ਮਰਜ਼ੀ ਧਰਮ ਕੌਮ ਨਾਲ ਸੰਬੰਧਿਤ ਬੰਦਾ ਹੋਏ, ਮੇਰੀ ਹਮਦਰਦੀ ਜਿੰਨੀ ਰਣਜੀਤ ਸਿੰਘ ਨਾਲ ਆ ਉਨੀ ਉਸ ਬਜ਼ੁਰਗ ਨਾਲ ਆ। ਮੈਂ ਤੁਹਾਨੂੰ ਦਿਖਾਉਣਾ, ਜ਼ਰੂਰ ਦੇਖਿਓ ਕਿ ਇੱਕ ਚਿੱਟੀ ਦਾੜੀ ਬਜ਼ੁਰਗ ਜਿਹਦਾ
ਪੁਲਿਸ ਨੇ ਸਿਰ ਪਾੜ ਦਿੱਤਾ ਹੈ। ਲੱਖ ਦੀ ਲਾਹਨਤ ਆ ਤੁਹਾਡੇ ਉੱਤੇ ਕਿ ਤੁਸੀਂ ਵੀ ਜ਼ਮੀਨਾਂ ਦੇ ਮਾਲਕ ਹੋਵੋਗੇ, ਜਿਹੜੇ ਮੁਲਾਜ਼ਮ ਹੋ, ਤੁਹਾਡੀਆਂ ਵੀ ਜ਼ਮੀਨਾਂ ਹੋਣਗੀਆਂ, ਤੁਹਾਡੇ ਵੀ ਤਾਏ ਚਾਚੇ ਇੱਥੇ ਆਏ ਹੋਣਗੇ। ਤੁਸੀਂ ਪਹਿਲੀ ਗੱਲ ਤਾਂ ਇਹ, ਜਦ ਬੀਜੇਪੀ ਨੂੰ ਪਤਾ ਹੈ ਸਾਡਾ ਇੰਨਾ ਵਿਰੋਧ ਹੋਣ ਡਿਆ, ਫਿਰ ਇਹਨਾਂ ਦੇ ਲੀਡਰ ਵਾਰ-ਵਾਰ ਇਹਨਾਂ ਸਟੇਟਾਂ ਦੇ ਵਿੱਚ ਆ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਿਉਂ ਕਰਦੇ ਨੇ? ਫਿਰ ਲੋਕੀ ਉੱਥੇ ਰੋਕਦੇ ਨੇ ਤੇ ਇਹ ਉੱਥੇ ਲਾਠੀ ਚਾਰਜ ਕਰਦੇ ਨੇ। ਇੱਕੋ ਹੀ ਮਤਲਬ ਆ, ਆਪਣੀ ਤਾਕਤ ਦਾ ਲੋਹਾ ਮਨਵਾਉਣਾ ਵੀ ਅਸੀਂ ਤਾਂ ਕੁੱਟ ਕੇ ਵੀ ਇੱਥੇ ਰੈਲੀ ਕਰ ਸਕਦੇ ਹਾਂ। ਸੋ ਇੱਕ ਬਜ਼ੁਰਗ ਜਿਹੜਾ ਵਾਰ-ਵਾਰ ਸਾਹਮਣੇ ਆ ਰਿਹਾ ਆ, ਉਹ ਮੈਂ ਤੁਹਾਨੂੰ ਦਿਖਾਉਣਾ ਸਕਰੀਨ ਦੇ ਉੱਤੇ। ਚੰਗੀ ਤਰ੍ਹਾਂ ਤੁਸੀਂ ਦੇਖਿਓ ਕਿ ਇਹ ਚੰਗੀ ਤਰ੍ਹਾਂ ਦੇਖੋ ਕਿ ਇਸ ਬਜ਼ੁਰਗ ਦਾ ਜਿਹੜਾ ਆ ਉਹ ਸਿਰ ਪਾੜ ਦਿੱਤਾ ਆ। ਹੁਣ ਤੁਸੀਂ ਇਹ ਦੇਖੋ ਕਿ ਇਹ ਲੱਖ ਦੀ ਲਾਹਨਤ ਹੈ ਕਿ ਨਹੀਂ। ਇੱਕ ਬਜ਼ੁਰਗ ਦਾ ਜਿਹੜਾ ਆ ਉਹ ਸਿਰ ਪਾੜ ਦਿੱਤਾ ਆ। ਸੋ ਉਸ ਤੋਂ ਅਗਲੀ ਘਟਨਾ, ਟਕੈਤ ਇੱਕ ਕਿਸਾਨ ਲੀਡਰ ਉੱਭਰ ਕੇ ਸਾਹਮਣੇ ਆਇਆ। ਉਹਨੇ ਜਦੋਂ ਵੱਡੀ ਘਟਨਾ ਵਾਪਰਨ ਲੱਗੀ ਤੇ ਬਾਂਹ ਖੜੀ ਕਰਕੇ ਕਿਹਾ ਕਿ ਮੈਂ ਸਰਦਾਰ ਭਰਾਵਾਂ ਦੇ ਨਾਲ ਆ, ਤਾਂ ਉਹ ਉੱਭਰ ਕੇ ਸਾਹਮਣੇ ਆਉਂਦੇ ਨੇ। ਜਦੋਂ ਬੀਜੇਪੀ ਦੀ ਈਨ ਨਹੀਂ ਮੰਨਦੇ, ਜਦੋਂ ਸੈਂਟਰ ਦੇ ਅੱਗੇ ਨਹੀਂ ਝੁਕਦੇ, ਤਾਂ ਉਦੋਂ ਕੀ ਹੁੰਦਾ ਹੈ? ਅਲਵਰ ਦੇ ਵਿੱਚ ਉਹਨਾਂ ਤੇ ਗੋਲੀ ਚਲਾਈ ਜਾਂਦੀ ਹੈ। ਉਸ ਤੋਂ ਪਹਿਲਾਂ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਮੇਰੇ ਤੇ ਹਮਲਾ ਹੁੰਦਾ। ਅਗਲੇ ਦਿਨ ਹੀ ਬਲਦੇਵ ਸਿੰਘ ਸਿਰਸਾ ਦੇ ਬੇਟੇ ਦੇ ਉੱਤੇ ਹਮਲਾ ਹੁੰਦਾ, ਉਹਨਾਂ ਦੀ ਕਾਰ ਦੇ ਉੱਤੇ ਕੀਤਾ ਜਾਂਦਾ ਆ। ਅਗਲੇ ਦਿਨ ਰਕੇਸ਼ ਟਕੈਤ ਉਹਨਾਂ ਨੂੰ ਗੋਲੀ ਮਾਰੀ ਜਾਂਦੀ ਆ। ਉਹ ਬੰਦੇ ਬੀਜੇਪੀ ਦੇ ਨੇ। ਹੁਣ ਤੁਸੀਂ ਇਹ ਦੇਖੋ ਕਿ ਆਪਾਂ ਮੁਕੰਮਲ ਆਪਣੇ ਘਰਾਂ ਦੇ ਉੱਤੇ, ਮੇਰੀ ਬੇਨਤੀ ਹੈ ਇੱਕ ਤਾਂ ਇਹ ਕਿ ਤੁਸੀਂ 2 ਝੰਡੇ ਆਪਣਿਆਂ ਘਰਾਂ ਦੇ ਉੱਤੇ ਇਸ ਗੱਲ ਲਈ ਲਾਓ। ਮੇਰੀ ਬੇਨਤੀ ਆ, ਮੈਂ ਨਿਮਾਣਾ ਜਾਂ ਤੁਹਾਡਾ ਸੇਵਕ ਹਾਂ, ਮੇਰਾ ਕੋਈ ਹੁਕਮ ਨਹੀਂ, ਮੇਰੀ ਅਰਜ਼ ਹੈ ਤੁਹਾਡੇ ਅੱਗੇ। ਪੰਜਾਬ ਤੇ ਹਰਿਆਣੇ ਵਾਲੇ 2 ਝੰਡੇ ਸਾਡੇ ਪੰਜਾਬ ਵਾਲੇ ਜਿਹੜੇ ਨੇ, ਕਿਉਂਕਿ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਸਾਡਾ ਕੇਸਰੀ ਨਿਸ਼ਾਨ, ਇੱਕ ਕਿਸਾਨੀ ਤੇ ਦੂਜਾ ਕੇਸਰੀ ਝੰਡਾ ਲਾ ਕੇ ਮੁਕੰਮਲ ਤੌਰ ਦੇ ਉੱਤੇ ਬੀਜੇਪੀ ਦਾ ਬਾਈਕਾਟ ਕਰੋ। ਸਾਡੇ ਇੱਕ ਬਜ਼ੁਰਗ ਨੂੰ ਹਰਿਆਣੇ ਦੇ ਵਿੱਚ ਉਹਦਾ ਸਿਰ ਪਾੜ ਦਿੱਤਾ ਗਿਆ। ਚੀਸ ਉੱਠਦੀ ਹੈ ਕਾਲਜ 'ਚ ਕਿ ਧੱਕਾ, ਲਾਠੀ ਚਾਰਜ, ਬੇਟੀਆਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਘੜੀਸ ਕੇ ਕੁੱਟਿਆ ਹਰਿਆਣੇ ਦੇ ਵਿੱਚ। ਹਰਿਆਣੇ ਦੀ ਸਰਕਾਰ ਨੇ, ਉੱਥੋਂ ਦੇ ਲੀਡਰਾਂ ਦੇ ਉੱਤੇ ਬਹੁਤ ਜ਼ਿਆਦਾ ਪਰਚੇ ਨੇ। ਹੁਣ ਇੱਥੇ ਸਾਰੇ ਵਖਰੇਵੇਂ ਸਾਨੂੰ ਭੁੱਲ ਕੇ ਇਕੱਠੇ ਹੋਣ ਦੀ ਲੋੜ ਆ। ਸਾਨੂੰ ਲੋੜ ਆ ਇਹ ਨਹੀਂ ਕਿ ਇੱਕ ਦੂਜੇ ਦੇ ਖਿਲਾਫ ਕੁਝ ਮੁਹਿੰਮ ਛੇੜਨ ਦੀ। ਸਾਨੂੰ ਜ਼ਰੂਰਤ ਆ ਉਸ ਸੈਂਟਰ ਦੀ ਜਿਹੜੀ ਗੰਦੀ ਨੀਤੀ ਉਹਨਾਂ ਨੇ ਅਪਣਾਈ ਆ, ਲੁੱਟਣ ਤੇ ਕੁੱਟਣ ਦੀ, ਔਰ ਅੱਜ ਤੱਕ ਸਾਡੇ ਆਗੂਆਂ ਦੀ ਗੱਲ ਤੱਕ ਸੁਣਨ ਲਈ ਤਿਆਰ ਨਹੀਂ। ਸੋ ਜਿਹੜੇ ਵੀ ਪ੍ਰੋਗਰਾਮ ਦਿੱਤੇ ਜਾਂਦੇ ਨੇ ਉਹਨਾਂ ਦੇ ਉੱਤੇ ਆਪਾਂ, ਸਾਡੇ ਵਖਰੇਵੇਂ ਹੋ ਸਕਦੇ ਨੇ, ਹੈਗੇ ਨੇ, ਇਹ 'ਚ ਕੋਈ ਦੋ ਰਾਵਾਂ ਨਹੀਂ। ਕਿਉਂਕਿ ਜਿਹੜਾ ਸਿੱਖਾਂ ਦੇ ਮਸਲੇ ਹੋਰ ਨੇ, ਇਸ ਕਰਕੇ ਮਤਭੇਦ ਨੇ, ਪਰ ਮਨਭੇਦ ਬਿਲਕੁਲ ਨਹੀਂ ਹੈਗੇ। ਅਸੀਂ ਇਸ ਸੰਘਰਸ਼ ਦੇ ਸਦਾ ਨਾਲ ਰਹਾਂਗੇ। ਸਾਨੂੰ ਨਾ ਸਟੇਜ ਦੀ ਜ਼ਰੂਰਤ ਆ, ਨਾ ਨੁਮਾਇੰਦਗੀ ਦੀ ਜ਼ਰੂਰਤ ਆ। ਜਿਹੜੇ ਵੀ ਤੁਸੀਂ ਸਹੀ ਫੈਸਲੇ ਲਵੋਗੇ, ਉਹਨਾਂ ਫੈਸਲਿਆਂ ਦੇ ਨਾਲ ਅਸੀਂ ਡਟ ਕੇ ਖੜਾਂਗੇ। ਅਸੀਂ ਤੋਂ ਭਾਵ ਮੈਂ ਡਟ ਕੇ ਖੜਾਂਗਾ, ਮੈਂ ਚਾਹੇ ਇਕੱਲਾ ਹੀ ਹੋਵਾਂ ਤੇ ਚਾਹੇ ਮੇਰੇ ਨਾਲ ਮੇਰੇ ਭਰਾ ਹੋਣ। ਸੋ ਅਸੀਂ ਜਿਹੜੀ ਵੱਡੀ ਗੱਲ ਮੈਂ ਤੁਹਾਨੂੰ ਸੁਨੇਹਾ ਅੱਜ ਦੇਣਾ ਚਾਹੁੰਦਾ ਹਾਂ, ਇਸ ਬੀਜੇਪੀ ਗਵਰਨਮੈਂਟ ਦਾ ਜ਼ਰੂਰ ਬਾਈਕਾਟ ਕਰੋ। ਤੇ ਜਿਹੜੇ ਉਹਨਾਂ ਦੇ ਭਾਈਵਾਲ ਰਹੇ ਨੇ, ਜਿਹੜੇ ਇਸ ਕਾਨੂੰਨ ਦੀ ਪ੍ਰੋੜਤਾ ਕਰਦੇ ਰਹੇ ਨੇ, ਤੇ ਜਿਹੜੇ ਹੁਣ ਅੱਜ ਪੰਜਾਬ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ, ਵੱਡੀਆਂ ਰੈਲੀਆਂ ਕਰ ਰਹੇ ਨੇ, ਉਹਨਾਂ ਨੂੰ ਪੁੱਛੋ ਜ਼ਰੂਰ ਕਿ ਸੁਖਰਾਜ ਸਿੰਘ ਦੇ ਪਿਤਾ ਨੂੰ ਜਦ ਸ਼ਹੀਦ ਕੀਤਾ ਸੀ, ਉਹਨਾਂ ਦਾ ਤੁਸੀਂ ਕੀ ਕੀਤਾ? ਤੁਹਾਡੇ ਰਾਜ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਹੋਈਆਂ ਨੇ, ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਤੇ ਤੁਹਾਡੇ ਫੀਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣ ਲਈ, ਚਾਹੇ ਉਹ ਡੇਰੇਦਾਰ ਹੋਣ, ਚਾਹੇ ਉਹ ਇਕੱਲੇ ਹੋਣ, ਉਹਨਾਂ ਨੇ ਬਹੁਤ ਜ਼ੋਰ ਲਾਇਆ। ਸਿੱਖਾਂ ਦੇ ਮਨਾਂ 'ਚ ਉਹ ਚੀਜ਼ ਉਸ ਤਰ੍ਹਾਂ ਨਹੀਂ ਉੱਠ ਰਹੀ ਜਿਵੇਂ ਉੱਠਣੀ ਚਾਹੀਦੀ ਸੀ। ਅਸੀਂ ਬਿੱਲਾਂ ਲਈ ਵੀ, ਅਸੀਂ ਹੱਕਾਂ ਲਈ ਵੀ ਲੜਨਾ, ਤੇ ਜਿਹੜੀਆਂ ਇਹ ਗੱਲਾਂ ਨੇ, ਇਹ ਵੀ ਸਾਡੇ ਚੇਤੇ 'ਚੋਂ ਵਿਸਰਨੀਆਂ ਨਹੀਂ ਚਾਹੀਦੀਆਂ। ਅੱਜ
ਬਾਪੂ ਹਰਦੀਪ ਸਿੰਘ ਡਿਬਡਿਬਾ ਕਿੱਥੇ ਆ? ਕਿਉਂ ਉਹਨੂੰ ਮੋਗੇ ਵਾਲੇ ਮਾਰਚ ਤੋਂ ਬਾਅਦ ਵਿਸਾਰ ਦਿੱਤਾ ਗਿਆ ਆ? ਉਹ ਕਿੱਥੇ ਸਟੈਂਡ ਕਰ ਰਿਹਾ? ਸੰਯੁਕਤ ਮੋਰਚੇ ਵਾਲਿਓ, ਅਸੀਂ ਇਹ ਨਹੀਂ ਕਹਿੰਦੇ ਕਿ ਬਾਪੂ ਜੀ ਨੂੰ ਨੁਮਾਇੰਦਗੀ ਦਿਓ, ਸਤਿਕਾਰ ਦੇਣਾ ਜ਼ਰੂਰ ਬਣਦਾ ਹੈ। ਤੁਸੀਂ ਹਾਂ ਦਾ ਨਾਰਾ ਵੀ ਨਹੀਂ ਸੀ ਮਾਰਿਆ, ਚਲੋ ਗੱਲ ਪਿੱਛੇ ਲੰਘ ਗਈ, ਆਪਾਂ ਹੁਣ ਸੰਘਰਸ਼ ਦੇ ਵਿੱਚ ਆ, ਇਸ ਕਰਕੇ ਉਹਦਾ ਪੁੱਤ ਤੁਹਾਡੀ ਦਿੱਤੀ ਹੋਈ ਕੌਲ ਤੇ ਸ਼ਹੀਦ ਹੋਇਆ। ਤੁਹਾਡੀ ਦਿੱਤੀ ਹੋਈ ਕੌਲ ਦੇ ਉੱਤੇ ਸ਼ਹੀਦ ਹੋਇਆ। ਸਭ ਤੋਂ ਵੱਧ ਦਿੱਲੀ ਦੀ ਫੋਰਸ ਜਿਹੜੀ ਸੀ ਉਹ ਗਾਜ਼ੀਆਬਾਦ ਬਾਰਡਰ ਤੇ ਲੱਗੀ ਸੀ। ਵੱਡੀਆਂ ਘਟਨਾਵਾਂ ਨੇ ਥੋੜੇ ਦਿਨਾਂ ਦੇ ਵਿੱਚ। ਇੱਕ ਪ੍ਰੋਜੈਕਟਰ ਦੇ ਉੱਤੇ ਅਸੀਂ ਸਾਰਾ ਕੁਝ ਇਕੱਠਾ ਕੀਤਾ ਹੈ, ਇੱਕ ਪ੍ਰੋਜੈਕਟਰ ਦੇ ਉੱਤੇ ਵਿਖਾਇਆ ਜਾਊਗਾ ਕਿਹੜੇ ਕਿਹੜੇ ਸਾਡੇ ਤੋਂ ਗਲਤੀਆਂ ਹੋਈਆਂ ਤੇ ਕਿਹੜੇ ਅੱਗੇ ਸਬਕ ਸਿੱਖਣ ਦੀ ਲੋੜ ਆ। ਜਦੋਂ ਅਸੀਂ ਅੱਗੇ ਫੇਰ ਜਿਹੜੀ ਕਾਲ ਜਥੇਬੰਦੀਆਂ ਨੇ ਸੰਸਦ ਦੀ ਦਿੱਤੀ ਆ, ਉਹਦੇ ਲਈ ਸਾਨੂੰ ਕੀ ਕੁਝ ਕਰਨਾ ਪਊਗਾ, ਬੀਤੇ ਤੋਂ ਸਿੱਖ ਕੇ ਅੱਗੇ ਵਧਣ ਲਈ ਪਿਛਲੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ। ਸੋ ਇੱਕ ਤਾਂ ਇਹ ਆ ਕਿ ਮੈਨੂੰ ਨਹੀਂ ਪਤਾ ਕਿ ਕਿਸਾਨ ਮੋਰਚਿਆਂ ਦੀ ਜਾਂ ਯੂਨੀਅਨ ਵਾਲਿਆਂ ਦੀ ਕੀ ਮਜਬੂਰੀ ਹੋ ਸਕਦੀ ਆ, ਪਰ ਸਿੱਖਾਂ ਦੀ ਕੋਈ ਮਜਬੂਰੀ ਨਹੀਂ ਕਿ ਬਾਪੂ ਹਰਦੀਪ ਸਿੰਘ ਡਿਬਡਿਬਾ ਦਾ ਸਤਿਕਾਰ ਨਾ ਕੀਤਾ ਜਾਵੇ, ਉਹਨੂੰ ਨਾਲ ਨਾ ਲੈ ਕੇ ਚਲੇ। ਇਹ ਸਿੱਖਾਂ ਦੀ ਮਜਬੂਰੀ ਨਹੀਂ ਹੋ ਸਕਦੀ। ਸੋ ਬਾਪੂ ਜੀ ਤਗੜੇ ਹੋਵੋ। ਇੱਕ ਨਵਰੀਤ ਨਹੀਂ, ਹਜ਼ਾਰਾਂ ਨਵਰੀਤ ਤੁਹਾਡੇ ਪੋਤੇ ਨੇ, ਤੁਹਾਡੇ ਬੇਟੇ ਨੇ ਤੇ ਤੁਹਾਡੇ ਨਾਲ ਰਹਿਣਗੇ। ਸੋ ਤੁਸੀਂ, ਮੈਨੂੰ ਪਤਾ ਆ ਕਿ ਤੁਸੀਂ ਅੱਜ ਕਿਸ ਆਲਮ 'ਚ ਹੋ, ਕਿ ਇੱਕ ਸੜਿਆਂਦ ਲੀਡਰ ਵੀ ਇਹ ਮੂੰਹ ਚੁੱਕ ਕੇ ਕਹਿ ਦਿੰਦਾ ਕਿ ਜਿਹੜਾ ਮਰਜ਼ੀ ਬੰਦਾ ਹੋਏ ਅਸੀਂ ਨਹੀਂ ਉਹਨੂੰ ਲੈਣਾ ਹੈਗਾ, ਉਹਦੇ ਵਿੱਚ ਸਾਡਾ ਮਤਲਬ ਕੋਈ, ਤਾਂ ਤੁਸੀਂ ਰੱਬ ਹੋ। ਇਸ ਸੰਘਰਸ਼ ਦੀ ਸ਼ਾਨ ਆ ਬਾਪੂ ਹਰਦੀਪ ਸਿੰਘ ਡਿਬਡਿਬਾ, ਜਿਨੇ ਲੱਖੇ ਸਿਧਾਣੇ ਦੀ ਸੁਲ੍ਹਾ ਕਰਾਉਣ ਲਈ ਤੇ ਹੋਰ ਗੱਲਾਂ ਲਈ ਬਿਨਾਂ ਕਿਸੇ ਨੁਮਾਇੰਦਗੀ ਦੇ ਵੱਡਾ ਜ਼ੋਰ ਲਾਇਆ। ਪਰ ਤੁਸੀਂ ਅੱਜ ਦੀ ਰੇਟ 'ਚ ਉਹਨੂੰ ਕਿਨਾਰੇ ਲਾਤਾ। ਚਾਹੇ ਉਹ ਜਿਹੜੇ ਮਰਜ਼ੀ ਬੰਦੇ ਹੋਣ, ਇਤਿਹਾਸ ਮਾਫ ਨਹੀਂ ਕਰੂਗਾ ਸੱਜਣੋ। ਬਾਪੂ ਹਰਦੀਪ ਸਿੰਘ ਡਿਬਡਿਬਾ ਨਾ ਉਹਨੇ MLA ਬਣਨਾ ਨਾ MP ਬਣਨਾ, ਪਰ ਸਿੱਖ ਮਹਿਸੂਸ ਕਰਨ ਕਿ ਉਹਦਾ ਨੌਜਵਾਨ ਪੋਤਾ ਇਸ ਸੰਘਰਸ਼ ਦੀ ਕੌਲ ਦੇ ਉੱਤੇ ਸ਼ਹੀਦ ਹੋਇਆ। ਸੋ ਸਾਡੇ ਉੱਤੇ ਲਾਹਨਤ ਰਹੂਗੀ ਜੇ ਉਸ ਬਜ਼ੁਰਗ ਦਾ ਸਤਿਕਾਰ ਨਾ ਕੀਤਾ। ਹਰ ਥਾਂ ਤੇ ਉਹਨੂੰ ਸੱਦੋ, ਨਹੀਂ ਉਹ ਆ ਸਕਦੇ ਉਹਨਾਂ ਨੂੰ ਲੈ ਕੇ ਆਓ, ਉਹਨਾਂ ਦਾ ਸਤਿਕਾਰ ਕਰੋ। ਬੋਲ ਸਕਦੇ ਨੇ ਬੋਲਣ, ਬਹਿ ਸਕਦੇ ਨੇ ਬੈਠਣ। ਸਾਡੇ ਸਿੱਖ ਸਟੇਜਾਂ ਦਾ ਬਾਪੂ ਹਰਦੀਪ ਸਿੰਘ ਡਿਬਡਿਬਾ ਸ਼ਿੰਗਾਰ ਹੋਣਾ ਚਾਹੀਦਾ ਆ। ਇਹ ਗੱਲ ਮੇਰੀ ਤੁਹਾਡੇ ਅੱਗੇ ਬੇਨਤੀ ਆ। ਬਾਪੂ ਹਰਦੀਪ ਸਿੰਘ ਡਿਬਡਿਬਾ ਸਾਡੇ ਸਤਿਕਾਰਯੋਗ ਨੇ ਤੇ ਰਹਿਣਗੇ। ਉਹਨਾਂ ਦਾ ਜਵਾਨ ਪੋਤਾ ਇਸ ਸੰਘਰਸ਼ ਦੀ ਭੇਟ ਚੜਿਆ ਆ। ਸੋ ਰਹੀ ਗੱਲ BJP ਗਵਰਨਮੈਂਟ, ਇਹ ਗੱਲ ਸਮਝ ਲਵੇ, ਜੇ ਉਹ ਆਪਣੇ ਪ੍ਰੋਗਰਾਮ ਸਟੇਟਾਂ ਦੇ ਵਿੱਚ ਰੱਖਦੀ ਆ ਤਾਂ ਉਹਨਾਂ ਦਾ ਵਿਰੋਧ ਸੁਭਾਵਿਕ ਹੋਣਾ ਹੀ ਹੋਣਾ। ਤਾਂ ਫਿਰ ਉਹ 'ਤੇ ਸਖਤੀ ਕਰਕੇ ਸਾਡੇ ਬਜ਼ੁਰਗਾਂ ਦਾ ਸਿਰ ਪਾੜਦੇ ਹੋ ਤੁਸੀਂ। ਤਾਂ ਭੁੱਲ ਜਾਓ ਕਿ ਘੱਟੋ ਘੱਟ 2 ਸਟੇਟਾਂ ਦੇ ਵਿੱਚ, ਮੈਂ ਤੁਹਾਨੂੰ ਦੱਸਦਾ, 2 ਸਟੇਟਾਂ ਦੇ ਵਿੱਚ ਤਾਂ ਜ਼ਿੰਦਗੀ 'ਚ ਤੁਸੀਂ ਵੜ ਨਹੀਂ ਸਕੋਗੇ। ਮੈਂ ਹਰਿਆਣੇ ਵਾਲਿਆਂ ਨੂੰ ਵਧਾਈ ਦਿੰਦਾ ਕਿ ਬੇਸ਼ੱਕ ਉਹਨਾਂ ਨੇ ਤੁਹਾਡੇ ਸਿਰ ਪਾੜ ਦਿੱਤੇ ਨੇ, ਸਾਡੀਆਂ ਅਣਖਾਂ ਇੱਜ਼ਤਾਂ ਨੂੰ ਉਹ ਟੱਕਰੇ ਨੇ। ਅੱਗੇ ਤੋਂ ਜਿੱਥੇ ਕੋਈ ਇਦਾਂ ਦੀ ਗੱਲ ਹੁੰਦੀ ਆ, ਜਿੱਥੇ ਇਹਨੇ ਟਿੱਡੀ ਮੋਸ਼ਨ ਨੇ ਆਉਣਾ ਹੁੰਦਾ ਆ, ਸਾਨੂੰ ਵੀ ਸੁਨੇਹਾ ਲਾਇਆ ਕਰੋ, ਅਸੀਂ ਤੁਹਾਡੇ ਨਾਲ ਆ, ਸਾਨੂੰ ਵੱਖ ਨਾ ਸਮਝੋ ਤੁਸੀਂ। ਜਿੱਥੇ ਵੀ ਅਜਿਹੀ ਗੱਲ ਹੁੰਦੀ ਆ, ਜਿੱਥੇ ਇਹਨਾਂ ਦਾ ਜਹਾਜ਼ ਉਤਰਨਾ ਹੁੰਦਾ, ਸਾਨੂੰ ਵੀ ਦੱਸਿਆ ਕਰੋ, ਅਸੀਂ ਤੁਹਾਡੇ ਨਾਲ ਆ, ਅਸੀਂ ਵੀ ਉੱਥੇ ਆਈਏ, ਅਸੀਂ ਤੁਹਾਡੇ ਨਾਲ ਸਹਿਯੋਗ ਕਰੀਏ। ਔਰ ਜੇ ਪੰਜਾਬ 'ਚ ਕੋਈ ਇਦਾਂ ਦੇ ਹਾਲਾਤ ਹੁੰਦੇ ਨੇ ਤੇ ਤੁਹਾਨੂੰ ਕਾਲ ਕੀਤੀ ਜਾਏ, ਤੁਹਾਡੇ ਕੋਲ ਆਇਆ ਜਾਏ। ਸੋ ਮੈਨੂੰ ਰਾਤ ਇਹ ਗੱਲ ਦੀ ਜਿਹੜੀ ਆ ਤੜਫਣੀ ਰਹੀ ਆ ਕਿ ਯਾਰੋ ਇੱਕ 70-80 ਸਾਲ ਦੇ ਬਜ਼ੁਰਗ ਜਿਹੜਾ ਕਹਿਣ ਡਿਆ ਵੀ ਮੈਂ, ਤੂੰ ਕੌਣ ਹੋ, SSP ਦੇਖ ਲਾਂਗਾ ਤੈਨੂੰ, ਉਹ ਇਸ ਕਰਕੇ ਕਹਿ ਰਿਹਾ ਆ ਕਿ ਸਾਡੇ ਹੀ ਬੱਚੇ ਜਿਨ੍ਹਾਂ ਨੂੰ ਚਾਵਾਂ ਨਾਲ ਭਰਤੀ ਕਰਾਇਆ ਤੇ ਉਹੀ ਸਾਡੇ ਗਲਮੇ ਨੂੰ ਹੱਥ ਪਾਉਂਦੇ ਨੇ। ਕਿਸ ਗੱਲ ਕਰਕੇ? 35,000 ਰੁਪਏ ਕਰਕੇ, 40,000 ਰੁਪਏ ਕਰਕੇ ਆਪਣੇ ਪਿਓਾਂ ਨੂੰ ਕੁੱਟੋਗੇ ਯਾਰ। ਮੈਂ हरियाणा वाले भाइयों से बेनती कर दूंगे, आप जब भी हरियाणा में कोई भी प्रोग्राम हो, किसी भी तरह का BJP का प्रोग्राम हो, तो हमें भी कॉल जरूर करिए भाई, हम जरूर आपके साथ खड़े होंगे। और एक एक बात हमारी साझी है, हमारे बहुत बहुत कुछ हमारा साझा है और हमने ये लड़ाई इकट्ठे लड़नी है। बाकी स्टेटों ने छोड़ के चाहे सारा
सारी कंट्री इस संघर्ष के साथ आ, पर ये दो जो भाई हैं हरियाणा और पंजाब, इनके सिर पे, इन पे कंधों पे सबसे ज़्यादा जो बोझ है, जो वजन है, वो पंजाब और हरियाणा जो दो भाई हैं इनके ऊपर है। और मेरी हरियाणा वाले भाइयों से बेनती है हाथ जोड़ के कि जब भी ये टिड्डी मुच्छ आई है कोई प्रोग्राम रखे तो हमें ज़रूर कॉल करिए, हमें ज़रूर सुनिया दिए कि हम भी पहुँचे वहाँ, कि हमारे जो ताऊ हैं, हमारे जो बुजुर्ग हैं, उनका जो लाठीचार्ज वहाँ हुआ है उनके ऊपर, उसका हम विरोध करते हैं। और ये बीजेपी वाले जो हैं, इनका तो ऐसे विरोध जैसे हरियाणा वालों ने किया, मैं शाबाश देता हूँ आपको और आपको ये बधाई देता हूँ कि पहले आपने संध में भगाया था ये और कल रोहतक में भगा दिया। बेशक बुजुर्गों के जो बुजुर्ग का जो सिर में लाठी लगी है, वो खून जो डुला है वो धरती पे, वो इतिहास बनेगा, इतिहास। वो हमारे जो बुजुर्ग हैं उनके चरणों में हमारी हाथ जोड़ के बेनती है कि हम आपके साथ हैं, हम आपके बच्चे हैं, बेटे हैं, भाई हैं, जो भी आप समझते हो, हमें जरूर आवाज़ लगाओ कि हम भी उस आंदोलन का हिस्सा बने। जब भी ये टिड्डी मुच्छ जो हरियाणा वाला सीएम है, जब भी ये प्रोग्राम रखता है, इसे शर्म आनी चाहिए कि अपनी स्टेट के बुजुर्गों को लाठियों से पिटवाता है, शर्म। और दूसरी बात, हरियाणा की पुलिस को भी मेरी अपील है कि भाइयों, ये बुजुर्गों ने आपको पढ़ा के इसलिए आपके हाथ में डंडे नहीं दिए कि किसान आंदोलन में इनके सिर पर फोड़ो, आप इनके सिर के ऊपर लाठियां बरसाओ। शर्म की बात है, शर्म से मर जाना चाहिए दोनों स्टेटों की। मैं कहता हूं अगर ये बात होती है तो पुलिस को भी सोचना चाहिए कि ये आंदोलन बहुत बड़ा है, ये लोक लहर है, ये आपके बच्चों का, आपके स्टेट का, आपके जो आपकी ज़मीन है, सरजमीन है, इसकी होंद का मसला है, रोटी का मसला है। आप कुछ तो सोचिए, जब ये लाठी ऊपर करते हैं तो आगे आपके बुजुर्ग होते हैं, कुछ तो शर्म करो। और मैं क्योंकि पंजाब में हम रहते हैं तो हिंदी समझ सकते हैं, लेकिन बोलने में हमें दिक्कत आती है। सो इतना ही मैं कह सकता हूँ कि जब भी ऐसी कोई बात हो, हमें ज़रूर आवाज़ लगाओ, हम भी आपके साथ खड़े होंगे। क्योंकि हरियाणा और पंजाब का जो फासला खत्म हो गया, 26 तारीख को खत्म हो गया भाइयों, वो खत्म हो चुका है। अब एक है, मैं चाहता हूं कि आने वाले समय में एक ही ये स्टेट होगी, हम इकट्ठे ही संघर्ष लड़ेंगे और जीत के भी आएंगे। इतनी बात थी जो आपसे करनी थी। और मैं सारे भरावां नूं, पंजाब वालियां नूं, ਜਿਹੜੇ हरियाणे ਦੇ ਵਿੱਚ करनाल कुरुक्षेत्र संध सपैदों जिन्ने भी ये सिख वसों वाले एरिए ने, अंबाले तो लैके घरौंडे तक, पानीपत तक, सारिਆਂ ਨੂੰ बेनती है भरावो, ਜਦੋਂ इदां ਦੀ कोई गल हुंदी है सानू जरूर दस्सिया करो। रोहतक वाली जिहड़ी रैली सी उहदे बारे सानू जानकारी नहीं सी, सो साडे बजुर्गां नाल बड़ा धक्का होया। इन्नियां मेरियां बेनतियां ने सज्जनों, बीजेपी के खिलाफ इकट्ठे हो जाओ, अपणियां नाल फिर किते बह के गल कर लांगे। सानू अपने नाराज़गियां ने, रंजां ने, बड़े गिले शिकवे ने, पर अज साडा रौला हैगा आ सेंटर दी गौरमेंट नाल। सो उहदे नाल दो हत्थ इस तरह करने ने, जिवें भी अगला प्रोग्राम जो दिंदे ने, जिहड़ा प्रोग्राम किसानां दे हक च ते सेंटर नूं सिद्धा होऊगा, उहदे विच असीं गड्ड के खड़ांगे। एक गल मैं बेनती करांगा, कपड़े ला के खड़ना, भांडे खड़काने, ताड़ियां मारनियां, इस संघर्ष का असीं हिस्सा नहीं होवांगे। पर जिहड़ी तुसीं वड्डियां कौलां दिंदे हो, उहदे तुहाडे बिल्कुल सहयोगी होवांगे, नाल खड़ांगे। पर तुसीं अगे लगोगे, असीं तुहाडे नाल आ, तुहाडी कंड नहीं लगण दिंदे, ये गल दी प्रॉमिस, वादा है इस गल का। सो इन्नियां बेनतियां ने कि पंजाब दीयां घटना का भी मैं जिक्र किया कि सानू की सवाल करने चाहिए ने, की पुछना चाहिए है। सो अगली जिहड़ी गल आ, बाई दीप सिद्धू आ जांदा आ, परमात्मा किरपा करे जल्दी हो रिहा होके बाहर आउण, बाकी भी साडे भरा बाहर आउण, उन्हां लई साडी अरदास आ कि जल्दी बाहर आके वो नौजवानों की अगवाई करन ते असीं इस संघर्ष नूं जल्दी जित के घरां नूं वापस आईए। वाहिगुरू जी का खालसा, वाहिगुरू जी की फतेह।